ਤੇ ਹੁਣ ਆ ਪਿਛਲੇ 3-4 ਮਹੀਨੇ ਪਹਿਲਾਂ ਕੁਲਵੰਤ ਸਿੰਘ ਸੰਧਵਾ ਇੱਥੇ ਬਤੌਰ ਆਪ ਆਏ ਨੇ ਔਰ ਉਹਨੇ ਕਿਹਾ ਕਿ ਮੈਂ 1 ਮਹੀਨੇ ਦਾ ਸਮਾਂ ਹੋਰ ਦੇ ਦਿਓ ਮੈਨੂੰ, ਮੈਂ ਗੁਰੂ ਦਾ ਸਿੱਖ ਨਹੀਂਗਾ ਜੇ ਇਨਸਾਫ ਨਾਲ ਲੈ ਕੇ ਦੇਵਾਂ। ਤੇ ਹੁਣ ਆਪਾਂ ਉਸ ਤੋਂ ਵੀ ਭੱਜ ਗਏ ਹਾਂ। ਸਰਕਾਰ ਕਿ ਅਸੀਂ 31 ਜਨਵਰੀ ਤੱਕ ਚਲਾਨ ਪੇਸ਼ ਕਰ ਦਾਂਗੇ, 31 ਜਨਵਰੀ ਵੀ ਲੰਘ ਗਈ ਤਾਂ ਇਹਨਾਂ ਨੇ ਆਣ ਕੇ ਇਹ ਜਿਹੜਾ ਲਾਸਟ ਰਿਜ਼ੋਰਟ ਹੁੰਦਾ ਇਹਨਾਂ ਨੇ ਹਾਈਵੇ ਬਲੌਕ ਕੀਤਾ ਵਾ। ਜਿਹੜੀਆਂ ਮੇਨ ਵੱਡੀਆਂ ਧਿਰਾਂ ਇਸ ਵਿੱਚ ਕਨਸਪੀਰੇਟਰਸ ਗਣਾਈਆਂ ਗਈਆਂ ਨੇ ਜਨਤਾ ਵੱਲੋਂ, ਚਾਹੇ ਉਹ ਡੇਰੇ ਦਾ ਸਾਧ ਹੈ, ਚਾਹੇ ਉਹ ਉਸ ਵਕਤ ਦਾ ਚੀਫ ਮਿਨਿਸਟਰ ਹੈ, ਚਾਹੇ ਉਸ ਵਕਤ ਦਾ DGP ਹੈ, ਅਨਲੈਸ ਦੇ ਆਰ ਅਰੈਸਟਡ ਦੇ ਆਰ ਪੁੱਟ ਬਿਹਾਈਂਡ ਬਾਰਸ, ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਂਤੀ ਨਹੀਂ ਆਵੇਗੀ ਅਗਰ ਉਹ ਨਾ ਚੱਕਦੇ। ਤੇ ਅੱਜ ਇਹ ਨੌਬਤ ਨਹੀਂ ਸੀ ਆਉਣੀ। ਅਨਫੋਰਚੂਨੇਟਲੀ ਉਹਨਾਂ ਨੇ ਜਾਣ ਬੁੱਝ ਕੇ ਕਿਹੜੇ ਕਾਰਨਾਂ ਕਰਕੇ ਕਿਉਂ ਕੀਤਾ, ਉਹ ਇੱਕ ਵੱਡਾ ਜਿਹੜਾ ਸੀਗਾ ਲੋਕਾਂ 'ਚ ਕਨਫਿਊਜ਼ਨ ਪੈਦਾ ਕੀਤੀ ਹੈ ਔਰ ਇਸ ਮੋਰਚੇ ਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਉਹ ਗਲਤ ਹੋਇਆ। ਉਸ ਵਕਤ ਉਹ ਮੋਰਚਾ ਬਰਕਰਾਰ ਰਹਿਣਾ ਚਾਹੀਦਾ ਸੀ। ਮੈਂ ਸਭ ਨੂੰ ਦੋਸ਼ੀ ਠਹਿਰਾ ਰਿਹਾ, ਮੈਂ ਕਿਸੇ ਨੂੰ ਬਚਾ ਹੀ ਨਹੀਂ ਰਿਹਾ। ਜੇ ਮਗਰਲਿਆਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਈ ਆ, ਇਹ ਹੁਣ ਵਾਲੇ ਕਰਨਗੇ ਤੇ ਇਹਨਾਂ ਨੂੰ ਵੀ ਸਜ਼ਾ ਮਿਲ ਗਈ। ਟਾਲ ਮਟੋਲ ਤਾਂ ਇਹੀ ਹੁੰਦਾ ਨਾ, ਜਿੱਦ ਇਹ ਧਰਮ ਨਾਲੋਂ ਵੀ ਇਨਸਾਫ ਦੀ ਲੜਾਈ ਹੈ। ਸੋ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਹਮੇਸ਼ਾ ਇਸ ਲੜਾਈ ਵਿੱਚ ਸ਼ਾਮਲ ਰਹਿਣਗੇ। ਦੇਖੋ, ਬੜੇ ਅਫਸੋਸ ਦੀ ਗੱਲ ਆ ਕਿ ਪੰਜਾਬ ਨਹੀਂ ਬਲਕਿ ਮਨੁੱਖਤਾ ਦਾ ਇੱਕ ਐਡਾ ਵੱਡਾ ਇਸ਼ੂ ਪਿਛਲੇ 7-8 ਸਾਲ ਤੋਂ ਲਟਕ ਰਿਹਾ ਵਾ ਔਰ ਕਈ ਸਰਕਾਰਾਂ ਬਦਲ ਗਈਆਂ। ਅਗਰ ਆਪਾਂ ਪਿਛਲੀਆਂ ਸਰਕਾਰਾਂ ਦੀ ਗੱਲ ਕਰਦੇ ਕਿ ਉਹਨਾਂ ਨੇ ਨਹੀਂ ਕੀਤਾ ਤੇ ਉੱਥੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਆ, ਚਾਹੇ ਉਹ ਆਪਾਂ ਪੁਰਾਣੀ 2017 ਦੀ ਗੱਲ ਕਰ ਲਈਏ, ਚਾਹੇ ਹੁਣ 2022 ਦੇ ਵਿੱਚ ਗੱਲ ਕਰ ਲਈਏ। ਪੁਰਾਣੀਆਂ ਸਾਰੀਆਂ ਸਰਕਾਰਾਂ ਨੂੰ ਇਸੇ ਗੱਲ ਦੀ ਸਜ਼ਾ ਮਿਲੀ ਕਿ ਉਹਨਾਂ ਨੇ ਬੇਅਦਬੀਆਂ ਨੂੰ ਅਤੇ ਬਾਈਬਲ ਕਲਾ ਨੂੰ ਵਾਅਦਾ ਕਰਨ ਤੋਂ ਉਪਰੰਤ ਕੁਝ ਨਹੀਂ ਕੀਤਾ। ਕੁਝ ਨਹੀਂ ਕਹਿਣ ਤੋਂ ਮਤਲਬ ਹੁੰਦਾ ਕਿ ਕੋਈ ਪੁਖਤਾ ਐਕਸ਼ਨ, ਪੁਖਤਾ ਮੀਨਸ ਕਿ ਇਹਦੀ ਜੜ ਤੱਕ ਜਾ ਕੇ ਜਿਹੜੀਆਂ ਬੇਅਦਬੀਆਂ ਹੋਈਆਂ ਔਰ ਬੇਅਦਬੀਆਂ ਤੋਂ ਬਾਅਦ ਜਿਸ ਢੰਗ ਦੇ ਨਾਲ ਬਾਈਬਲ ਕਲਾ 'ਚ ਨੌਬਤ ਆਈ ਕਿ 2 ਸਿੱਖ ਜਵਾਨਾਂ ਨੂੰ ਮਾਰ ਦਿੱਤਾ ਗਿਆ, ਉਸ ਦੇ ਉੱਤੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਸੋ ਮੈਂ ਪਿਛਲੀ ਵਾਰ ਵੀ ਜਿੱਦਣ ਆਇਆ ਮੋਰਚੇ ਤੇ ਅਸੀਂ ਸੁਖਰਾਜ ਸਿੰਘ ਹੋਣਾ ਨੇ ਜਿਹੜਾ ਹੁਣ ਤਕਰੀਬਨ 422 ਦਿਨ ਤੋਂ ਉੱਪਰ ਇਸ ਧਰਨੇ ਤੇ ਬੈਠੇ ਨੇ, ਜਦੋਂ ਇਹਨਾਂ ਨੇ ਪਿੱਛੇ ਇਕੱਠ ਕੀਤਾ ਸੀ 14 ਅਕਤੂਬਰ ਨੂੰ ਜਾਂ ਉਸ ਵੇਲੇ, ਤਾਂ ਉਦੋਂ ਵੀ ਮੈਂ ਇਹੀ ਕਿਹਾ ਸੀਗਾ ਕਿ ਇਹ ਜਿਹੜਾ ਕੋਈ ਰੂਟੀਨ ਮੈਟਰ ਨਹੀਂਗਾ ਕਿ ਕਿਸੇ ਦਾ ਦਿਲ ਕੀਤਾ ਤਾਂ ਉਹਨੇ ਬੇਅਦਬੀਆਂ ਕਰ ਦਿੱਤੀਆਂ। ਇਹਦਾ ਇੱਕ ਬਕਾਇਦਾ ਇੱਕ ਸੀਕੁਐਂਸ ਆਫ ਇਵੈਂਟਸ ਹੈ। ਜਦੋਂ ਉਸ ਵਕਤ ਡੇਰਾ ਸੱਚਾ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੋਸ਼ਾਕ ਪਹਿਨ ਕੇ ਕੋਸ਼ਿਸ਼ ਕੀਤੀ ਸੀਗੀ ਉਹਨਾਂ ਦੀ ਬਰਾਬਰਤਾ ਕਰਨ ਦੀ, ਉਸ ਤੋਂ ਬਾਅਦ ਬੜੇ ਪਬਲਿਕ ਪ੍ਰੈਸ਼ਰ ਦੇ ਅਧੀਨ ਉਸ ਵਕਤ ਦੀ ਬਾਦਲ ਸਰਕਾਰ ਨੇ ਉਹਨਾਂ ਤੇ 295 ਦਾ ਕੇਸ ਚਲਾਇਆ। ਫਿਰ ਸਡਨਲੀ 2012 ਦੇ ਵਿੱਚ ਹਲੇ ਐਨ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਸੈਸ਼ਨ ਕੋਰਟ ਬਠਿੰਡਾ 'ਚੋਂ ਉਹ ਕੇਸ ਕਿਹੜੇ ਹਾਲਾਤਾਂ ਵਿੱਚ ਵਾਪਸ ਲਿਆ ਗਿਆ, ਕਿਹੜੇ ਹਾਲਾਤਾਂ ਵਿੱਚ ਉਸ ਨੂੰ ਰਿਲੀਫ ਮਿਲੀ, ਉਹ ਤੁਸੀਂ ਸਾਰੇ ਸਮਝ ਸਕਦੇ ਹੋ ਕਿ ਉਹ ਇੱਕ ਉਸ ਵਕਤ ਦੀ ਸਰਕਾਰ ਦੀ ਤੇ ਡੇਰਾ ਸੱਚਾ ਸੌਦਾ ਪ੍ਰੇਮੀਆਂ ਦੀ ਆਪਸ ਵਿੱਚ ਜਿਹੜਾ ਗੰਢ ਤੁੱਪ ਹੋ ਗਿਆ ਵੋਟਾਂ ਨੂੰ ਲੈ ਕੇ। ਠੀਕ ਹੈ, ਉਸ ਵਕਤ ਬਾਦਲ ਪਰਿਵਾਰ ਨੇ ਵੋਟਾਂ ਦੇ ਗੰਢ ਤੁੱਪ ਤਾਂ ਕਰ ਲਿਆ, ਲੇਕਿਨ ਸਿੱਖ ਪੰਥ 'ਚੋਂ ਉਹ ਏਲੀਨੇਟ ਹੋ ਗਏ, ਉਹ ਉਹਨਾਂ ਦੀ ਗੱਲ ਖਤਮ ਹੋਣੀ ਸ਼ੁਰੂ ਹੋ ਗਈ ਉਸ ਵਕਤ ਤੋਂ। ਔਰ ਉੱਥੇ ਹੀ ਬਸ ਨਹੀਂ, ਫਿਰ ਇਹਨਾਂ ਨੇ ਅਕਾਲ ਤਖਤ ਸਾਹਿਬ ਦਾ ਦੁਰਉਪਯੋਗ ਕੀਤਾ ਗਿਆ। ਉੱਥੋਂ ਜਥੇਦਾਰ ਤੋਂ ਬਿਲਕੁਲ ਬੇਬੁਨਿਆਦ ਮਾਫੀਨਾਮੇ ਦਵਾਏ ਗਏ ਜਿਹੜੇ ਮਾਫੀਆਂ ਕਦੀ ਮੰਗੀਆਂ ਨਹੀਂ ਗਈਆਂ ਔਰ ਫਿਰ ਉਸ ਨੂੰ ਪ੍ਰਚਾਰਿਆ ਗਿਆ ਅਖਬਾਰਾਂ ਦੇ ਵਿੱਚ। ਫਿਰ ਇੱਕ ਪਬਲਿਕ ਪ੍ਰੈਸ਼ਰ ਜਿਹੜਾ ਸੀਗਾ, ਗੁਰੂ ਨਾਨਕ ਨਾਮ ਲੇਵਾ ਦੁਨੀਆ 'ਚ ਬੈਠਾ, ਉਹਨਾਂ ਨੇ ਜਦੋਂ ਇਹਨਾਂ ਤੇ ਪ੍ਰੈਸ਼ਰ ਪਿਆ ਫਿਰ ਸਾਰਾ ਕੁਝ ਉਹ ਵਾਪਸ ਲਿਆ ਗਿਆ। ਔਰ ਉਸ ਤੋਂ ਬਾਅਦ ਜਿਹੜਾ ਉਹ ਫਿਲਮ ਦਾ ਆਉਂਦਾ ਗੱਲ ਮੈਸੇਂਜਰ ਆਫ ਗੋਡ, ਔਰ ਉਸ ਤੋਂ ਬਾਅਦ ਜਿਹੜੀਆਂ ਬੇਅਦਬੀਆਂ ਇੱਕ ਸੀਕੁਐਂਸ ਆਫ ਇਵੈਂਟਸ ਵਿੱਚ ਹੋਈਆਂ, ਕਿਉਂਕਿ ਇੱਕ ਜਿਹੜਾ ਸੀਗਾ ਸਰਕਾਰ ਉਹਨਾਂ ਦਾ ਸਾਥ ਦੇ ਰਹੀ ਸੀ ਜਿੱਥੇ ਸਿੱਖ ਬੈਠਦੇ ਸੀ ਕਰਨ ਲਈ ਪ੍ਰੋਟੈਸਟ ਜਾਂ ਜਿਹੜੇ ਗੁਰੂ ਨਾਨਕ ਨਾਮ ਲੇਵਾ ਉਹਨਾਂ 'ਤੇ ਡਾਂਗਾਂ ਭਰਾਈਆਂ ਜਾਂਦੀਆਂ, ਪਾਣੀ ਮਾਰਿਆ ਜਾਂਦਾ, ਜਿੱਥੇ ਡੇਰੇ ਵਾਲੇ ਬੈਠਦੇ ਉੱਥੇ ਜਾ ਕੇ ਉਹਨਾਂ ਦੀ ਹਿਫਾਜ਼ਤ ਕੀਤੀ ਜਾਂਦੀ। ਇਹ ਸਾਰੀ ਗੱਲ ਵੱਧਦੀ ਨੌਬਤ ਤੇ ਆ ਗਈ ਕਿ ਕੋਟਕਪੂਰੇ ਵਾਲੇ ਇਕੱਠ ਤੇ ਉਦੋਂ ਬਿਲਕੁਲ ਅਨਵਾਰੰਟਡ ਐਕਸੈਸਿਵ ਯੂਜ਼ ਆਫ ਫੋਰਸ, ਜਿਸ ਢੰਗ ਦੇ ਨਾਲ ਅਜੀਤ ਸਿੰਘ ਦੇ ਚੂਲੇ ਵਿੱਚ ਗੋਲੀ ਮਾਰੀ ਗਈ, ਉੱਥੇ ਬੈਠੀਆਂ ਸਾਰੀ ਜਿੰਨੇ ਸ਼ਬਦ ਕੀਰਤਨ ਕਰ ਰਹੇ ਬਜ਼ੁਰਗ ਔਰਤਾਂ ਉਹਦੇ ਤੇ ਲਾਠੀ ਚਾਰਜ ਹੋਇਆ, ਪਾਣੀ ਮਾਰਿਆ ਗਿਆ। ਉਸ ਤੋਂ ਬਾਅਦ ਸਾਰੀਆਂ ਫੌਜਾਂ ਦਗੜ ਕਰਦੀਆਂ ਬਾਈਬਲ ਆਣ ਕੇ ਤੇ 2 ਸਿੱਖ ਨੌਜਵਾਨਾਂ ਦਾ ਕਤਲ ਕਰ ਦਿੱਤਾ ਕਿ ਜਿਹੜੇ ਕਿ ਭੁੰਜੇ ਬੈਠੇ ਸੀ। ਸਾਰੀਆਂ ਗੱਲਾਂ ਤੁਹਾਡੀ ਪਬਲਿਕ ਡੋਮੇਨ 'ਚ ਬਹੁਤ ਵਾਰੀ ਆ ਚੁੱਕੀਆਂ ਨੇ। ਇਹ ਸਾਰੇ ਫੈਕਟਸ ਰਿਕਾਰਡ ਹੋਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ। ਉਸ ਕਮਿਸ਼ਨ ਦੀ ਰਿਪੋਰਟ ਨੂੰ ਪੂਰਾ 8-10 ਘੰਟੇ ਪੰਜਾਬ ਵਿਧਾਨ ਸਭਾ ਵਿੱਚ ਘੋਖ ਕੀਤੀ ਗਈ, ਉਹਦੇ ਤੇ ਚਰਚਾ ਕੀਤੀ ਗਈ। ਉਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਿੱਚ
ਸਾਰਾ ਕਿਸ ਤਰ੍ਹਾਂ ਨਾਲ ਇਹ ਹੋਈਆਂ, ਸਾਰਾ ਇਹਦਾ ਪੂਰਾ ਡਿਟੇਲਡ ਇੱਕ ਕੱਚਾ ਚਿੱਠਾ ਉਹਦੇ ਵਿੱਚ ਸੀਗਾ। ਉਹਦੇ 'ਚ ਇਹ ਵੀ ਸੀਗਾ ਕਿ ਸੁਮੇਧ ਸਿੰਘ ਸੈਣੀ ਇਹ ਕਹਿ ਰਿਹਾ ਵਾ, ਉਹਨੇ ਐਫੀਡੇਵਿਟ ਦਿੱਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕਿ 14 ਅਕਤੂਬਰ ਦੇ ਤੜਕੇ ਜਦੋਂ ਇੱਥੇ ਗੋਲੀ ਚੱਲਦੀ ਆ ਉਦੋਂ ਮੈਨੂੰ ਉਸ ਵਕਤ ਦੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਦਾ ਸਵੇਰੇ ਤੜਕੇ 2 ਵਜੇ ਟੈਲੀਫੋਨ ਆਇਆ। 2 ਵਜੇ ਟੈਲੀਫੋਨ ਕੌਣ ਕਰਦਾ ਨਾਰਮਲ ਕੋਰਸ ਵਿੱਚ? ਉਸੇ ਦਿਨ ਹੀ ਕੋਟਕਪੂਰੇ ਲਾਠੀ ਚਾਰਜ ਹੋ ਜਾਂਦਾ, ਉਸੇ ਦਿਨ ਉੱਥੇ ਆਣ ਕੇ ਹੋ ਜਾਂਦਾ। ਸੋ ਇਹ ਇੱਕ ਮੈਂ ਸਮਝਦਾ ਕਿ ਪੋਲੀਟੀਕਲ ਪਾਰਟੀਆਂ ਨੇ ਇੱਕ ਇਸ ਦਾ ਇਹ ਨਾ ਇਹਦੀ ਗੰਭੀਰਤਾ ਨੂੰ ਸਮਝਿਆ, ਇਹਨੂੰ ਐਵੇਂ ਸਮਝਿਆ ਵੀ ਕੋਈ ਗੱਲ ਨਹੀਂ ਅਸੀਂ ਸ਼ਾਇਦ ਕਰ ਲਾਂਗੇ। ਉਸ ਤੋਂ ਬਾਅਦ ਕਾਂਗਰਸ ਸਰਕਾਰ ਬਣੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਜਿਸ ਢੰਗ ਦੇ ਨਾਲ ਇਸ ਨੂੰ ਡਿਲੇ ਕੀਤਾ, ਅਨਫੋਰਚੂਨੇਟਲੀ ਉਹਨਾਂ ਨੂੰ ਵੀ ਖਮਿਆਜ਼ਾ ਭੁਗਤਣਾ ਪਿਆ। ਤੁਸੀਂ ਦੇਖ ਲਿਆ ਹਾਲਾਤ ਕਿ ਬੇਅਦਬੀ ਕੋਰ ਇਸ਼ੂ ਆ, ਚਾਹੇ ਆਪਾਂ ਇਸ ਨੂੰ ਜਿੰਨਾ ਮਰਜ਼ੀ ਕਹੀ ਚੱਲੀਏ ਜੀ, ਨਹੀਂ ਇਹ ਇੱਕ ਮੇਜਰ ਪੋਲੀਟੀਕਲ ਇਸ਼ੂ, ਆਫ ਕੋਰਸ ਰਿਲੀਜੀਅਸ ਐਂਡ ਪੋਲੀਟੀਕਲ ਇਸ਼ੂ ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਆ। ਇਸ ਕਰਕੇ ਫਿਰ ਇਲੈਕਸ਼ਨ ਆਈ ਔਰ ਫਿਰ ਹੋਣ ਵਾਲੀ ਸਰਕਾਰ ਨੇ ਕਿਹਾ ਜੀ ਅਸੀਂ ਤਾਂ ਗੱਲ ਹੀ ਕੋਈ ਨਹੀਂ ਕਿ ਕੇਜਰੀਵਾਲ ਸਾਹਿਬ ਕਹਿੰਦੇ 3 ਮਹੀਨਿਆਂ ਦੇ ਵਿੱਚ ਅਸੀਂ ਇਸ ਮਸਲੇ ਨੂੰ ਹੱਲ ਕਰ ਦਿਆਂਗੇ ਔਰ ਫਿਰ ਲੋਕਾਂ ਨੇ ਇਹਨਾਂ ਤੇ ਭਰੋਸਾ ਕਰਕੇ ਵੋਟਾਂ ਪਾਈਆਂ। ਹੁਣ ਆਪਾਂ ਦੇਖ ਰਹੇ ਕਿ 10 ਮਹੀਨੇ ਇਹ ਵੀ ਲੰਘ ਚੁੱਕੇ ਨੇ ਔਰ ਜਿਸ ਤਰ੍ਹਾਂ ਦੱਸ ਰਹੇ ਨੇ ਵਕੀਲ ਸਾਹਿਬ ਬੈਠੇ ਨੇ ਪਿੱਛੇ, ਸੁਖਰਾਜ ਨੂੰ ਵੀ ਦੱਸ ਰਹੇ ਨੇ ਕਿ ਹਲੇ ਜਿਹੜਾ ਕੋਰ ਇਸ਼ੂ ਆ ਜਿਹੜਾ ਉਹਦੇ 'ਚ ਇਹ ਹੈ ਕਿ ਬਾਈਬਲ ਕਲਾਂ ਦੇ ਮੁੱਦੇ ਤੇ ਕਤਲੋ ਗਾਰਤ ਵਿੱਚ ਕੋਈ ਚਲਾਨ ਨਹੀਂ ਪੇਸ਼ ਕੀਤਾ ਗਿਆ ਸਰਕਾਰ ਵੱਲੋਂ। ਰਿਪੀਟਡ ਡਾਇਰੈਕਸ਼ਨਸ ਨੇ, ਹਾਈ ਕੋਰਟ ਦੀ ਡਾਇਰੈਕਸ਼ਨ ਹੈ ਕਿ ਇਨਵੈਸਟੀਗੇਸ਼ਨ 6 ਮਹੀਨਿਆਂ 'ਚ ਕੰਪਲੀਟ ਕਰਕੇ ਚਲਾਨ ਪੇਸ਼ ਕੀਤਾ ਜਾਵੇ, ਉਹ ਵੀ ਇਗਨੋਰ ਕੀਤਾ ਔਰ ਫਿਰ ਹੁਣ ਉਹ ਚਲਾਨ ਜਿਹੜਾ ਹੈਗਾ ਕੋਟਕਪੂਰੇ ਦੇ ਚਲਾਨ ਦੇ ਨਾਲ ਕਨੈਕਟਡ ਹੈਗਾ। ਸੋ ਇਹ ਜਿਹੜਾ ਇੱਕ ਇਹ ਕੀਤਾ ਜਾ ਰਿਹਾ, ਇੱਕ ਸਰਕਾਰ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਇਨਸਾਫ ਦੀ ਲੜਾਈ ਨੂੰ। ਔਰ ਇਸੇ ਜਗ੍ਹਾ ਤੇ ਭਗਵੰਤ ਸਿੰਘ ਮਾਨ ਸਮੇਤ, ਕੁਲਤਾਰ ਸਿੰਘ ਸੰਧਵਾ ਸਮੇਤ ਜਿੰਨੇ ਇਹਨਾਂ ਦੇ ਐਮਐਲਏਜ਼, ਮੈਨੂੰ ਯਾਦ ਹੈ ਚੰਗੀ ਤਰ੍ਹਾਂ ਨਾਲ ਜਦੋਂ 2015 'ਚ ਅਸੀਂ ਇਕੱਠ ਕੀਤਾ, ਉਸੇ ਇਕੱਠ ਵਿੱਚ ਇਹ ਬੋਲੇ ਨੇ ਆਣ ਕੇ ਆਪ ਔਰ ਰਿਪੀਟਡਲੀ ਆਉਂਦੇ ਰਹੇ ਨੇ। ਤੇ ਹੁਣ ਆ ਪਿਛਲੇ 3-4 ਮਹੀਨੇ ਪਹਿਲਾਂ ਕੁਲਵੰਤ ਸਿੰਘ ਸੰਧਵਾ ਇੱਥੇ ਬਤੌਰ ਆਪ ਆਏ ਨੇ ਔਰ ਉਹਨਾਂ ਕਿਹਾ ਕਿ ਮੈਂ 1 ਮਹੀਨੇ ਦਾ ਸਮਾਂ ਹੋਰ ਦੇ ਦਿਓ ਮੈਨੂੰ, ਮੈਂ ਗੁਰੂ ਦਾ ਸਿੱਖ ਨਹੀਂਗਾ ਜੇ ਇਨਸਾਫ ਨਾਲ ਲੈ ਕੇ ਦੇਵਾਂ। ਤੇ ਹੁਣ ਆਪਾਂ ਉਸ ਤੋਂ ਵੀ ਭੱਜ ਗਏ ਹਾਂ ਔਰ ਇਸ ਕਰਕੇ ਮੈਂ ਸਮਝਦਾ ਕਿ ਆਹ ਜਿਹੜੀ ਮੌਜੂਦਾ ਸਰਕਾਰ ਹੈ ਉਹ ਵੀ ਪੁਰਾਣੀਆਂ ਪਾਰਟੀਆਂ ਦੀਆਂ ਸਰਕਾਰਾਂ ਵਾਂਗੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਬਾਈਬਲ ਕਤਲकांड ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਰਹੀਆਂ ਨੇ। ਇਹਨਾਂ ਨੇ ਜਦੋਂ ਇਹਨਾਂ ਨੂੰ ਹੁਣ ਕੋਈ ਹੋਰ ਆਪਸ਼ਨ ਹੀ ਨਹੀਂ ਗਈ, ਜਦੋਂ ਇਹਨਾਂ ਨੇ 31 ਜਨਵਰੀ ਦੀ ਡੈਡਲਾਈਨ ਦਿੱਤੀ ਸੀਗੀ ਸਰਕਾਰ ਕਿ ਅਸੀਂ 31 ਜਨਵਰੀ ਤੱਕ ਚਲਾਨ ਪੇਸ਼ ਕਰ ਦਾਂਗੇ, 31 ਜਨਵਰੀ ਵੀ ਲੰਘ ਗਈ ਤਾਂ ਇਹਨਾਂ ਨੇ ਆਣ ਕੇ ਇਹ ਜਿਹੜਾ ਲਾਸਟ ਰਿਜ਼ੋਰਟ ਹੁੰਦਾ ਇਹਨਾਂ ਨੇ ਹਾਈਵੇ ਬਲੌਕ ਕੀਤਾ ਵਾ। ਮੈਂ ਸਮਝਦਾ ਕਿ ਉਹਦੇ 'ਚ ਪਬਲਿਕ ਨੂੰ ਕੋਈ ਥੋੜ੍ਹੀ ਬਹੁਤੀ ਪਰੇਸ਼ਾਨੀ ਹੋ ਸਕਦੀ, ਲੇਕਿਨ ਇੱਕ ਇਸ਼ੂ ਕੌਜ਼ ਇਸ ਤਰ੍ਹਾਂ ਦਾ ਵਾ ਜਿਹਦੇ ਵਾਸਤੇ ਇਨਸਾਫ ਲੈਣਾ ਬਹੁਤ ਜ਼ਰੂਰੀ ਆ। ਤਾਂ ਕਰਕੇ ਅਸੀਂ ਆਏ। ਮੈਂ ਪਿਛਲਾ ਫੰਕਸ਼ਨ ਨਹੀਂ ਇਹਨਾਂ ਦਾ ਦਿਨ ਮਿਸ ਕਰ ਗਿਆ ਸੀਗਾ, ਕੁਛ ਰੁਝੇਵੇਂ ਹੁੰਦੇ ਕਈ ਵਾਰੀ, ਬਾਹਰ ਅੰਦਰ ਹੁੰਦਾ ਪੰਜਾਬ ਤੋਂ ਆਦਮੀ, ਤਾਂ ਮੇਰੀ ਹਮਦਰਦੀ ਸ਼ੁਰੂ ਤੋਂ ਪਹਿਲੇ ਦਿਨ ਤੋਂ ਅਸੀਂ ਇਸ ਲੜਾਈ ਵਿੱਚ ਸਾਥ ਦਿੱਤਾ ਵਾ, ਗਾਂ ਵੀ ਲੜਦੇ ਰਵਾਂਗੇ ਕਿਉਂਕਿ ਮੈਂ ਦੇਖ ਰਿਹਾ ਵਾਂ ਕਿ ਜਿਹੜੀ ਹੁਣ ਇਸ ਵਕਤ ਦੀ ਸਰਕਾਰ ਆ ਇਹ ਨਾ ਸਿਰਫ ਬੇਅਦਬੀਆਂ ਤੇ ਲੇਕਿਨ ਬਹੁਤ ਹੋਰ ਦੂਸਰੇ ਮੁੱਦਿਆਂ ਤੇ ਵੀ ਆਪਣੇ ਵਾਅਦਿਆਂ ਤੋਂ ਬਹੁਤ ਬੁਰੀ ਤਰ੍ਹਾਂ ਨਾਲ ਵਾਅਦਿਆਂ ਨੂੰ ਤਲਾਂਜਲੀ ਦਿੱਤੀ ਆ। ਚਾਹੇ ਆਪਾਂ ਡਰੱਗਸ ਦੀ ਗੱਲ ਕਰ ਲਈਏ, ਚਾਹੇ ਆਪਾਂ ਐਮਪਲੋਇਮੈਂਟ ਦੀ ਗੱਲ ਕਰ ਲਈਏ, ਗੈਰ ਕਾਨੂੰਨੀ ਮਾਈਨਿੰਗ ਦੀ ਗੱਲ ਕਰ ਲਈਏ। ਹੁਣ ਮੈਂ ਦੂਸਰੇ ਇਸ਼ੂਜ਼ ਨੂੰ ਹਲੇ ਟੱਚ ਨਹੀਂ ਕਰਨਾ ਚਾਹੁੰਦਾ, ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਸਰਕਾਰ ਨੂੰ ਇਹ ਫਿਰ ਦੁਬਾਰਾ ਇਹ ਪੁਰਜ਼ੋਰ ਅਪੀਲ ਆ ਕਿ ਇਹ ਬਹੁਤ ਇੰਪੋਰਟੈਂਟ ਇਸ਼ੂ ਆ। ਇਹ ਜਦ ਤੱਕ ਇੱਥੇ ਪੁਖਤਾ ਇਨਸਾਫ, ਪੁਖਤਾ ਮੀਨਸ ਕਿ ਜਿਹੜੇ ਕਨਸਪੀਰੇਟਰਸ ਆ, ਜਿਹੜੇ ਪੀਪਲ ਹੂ ਆਰ ਪਾਵਰਫੁਲ, ਪੀਪਲ ਹੂ ਆਰ ਰਿਸਪੌਂਸਿਬਲ ਫॉर ਦਿਸ ਐਕਸ਼ਨ, ਤੁਸੀਂ ਛੋਟੇ ਮੋਟੇ ਬੰਦਿਆਂ ਦੇ ਥੱਲੇ ਚਲਾਨ ਪੇਸ਼ ਕਰਦੇ ਆ ਉਹ ਬੇਮੈਨੇ ਗੱਲ ਹੋ ਜਾਂਦੀ ਆ। ਜਿਹੜੀਆਂ ਮੇਨ ਵੱਡੀਆਂ ਧਿਰਾਂ ਇਸ ਵਿੱਚ ਕਨਸਪੀਰੇਟਰਸ ਗਣਾਈਆਂ ਗਈਆਂ ਨੇ ਜਨਤਾ ਵੱਲੋਂ, ਚਾਹੇ ਉਹ ਡੇਰੇ ਦਾ ਸਾਧ ਹੈ, ਚਾਹੇ ਉਹ ਉਸ ਵਕਤ ਦਾ ਚੀਫ ਮਿਨਿਸਟਰ ਹੈ, ਚਾਹੇ ਉਸ ਵਕਤ ਦਾ ਡੀਜੀਪੀ ਹੈ, ਅਨਲੈਸ ਦੇ ਆਰ ਅਰੈਸਟਡ ਦੇ ਆਰ ਪੁੱਟ ਬਿਹਾਈਂਡ ਬਾਰਸ, ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਂਤੀ ਨਹੀਂ ਆਵੇਗੀ। ਇਸ ਦਾ ਸਮਰਥਨ ਕਰਨ ਲਈ ਇਸ ਸੁਖਰਾਜ ਸਿੰਘ ਦੀ ਜੋ ਇਹਨਾਂ ਨੇ ਅੱਗੇ ਇਸ ਮੋਰਚੇ ਨੂੰ ਵਧਾਇਆ ਵਾ, ਉੱਥੇ ਉਸ ਕਰਕੇ ਮੈਨੂੰ ਥੋੜ੍ਹਾ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ 2015 'ਚ ਪਹਿਲਾਂ ਮੋਰਚਾ ਚੱਲ ਰਿਹਾ ਸੀਗਾ, 2018 ਨਹੀਂ ਮੰਡ ਸਾਹਿਬ ਜੇ ਉਹ ਜਿਹੜਾ ਮੋਰਚਾ ਸੀ ਅਗਰ ਉਹ ਨਾ ਚੱਕਦੇ ਤੇ ਅੱਜ ਇਹ ਨੌਬਤ ਨਹੀਂ ਸੀ ਆਉਣੀ। ਅਨਫੋਰਚੂਨੇਟਲੀ ਉਹਨਾਂ ਨੇ ਜਾਣ ਬੁੱਝ ਕੇ ਕਿਹੜੇ ਕਾਰਨਾਂ ਕਰਕੇ ਕਿਉਂ ਕੀਤਾ, ਉਹ ਇੱਕ ਵੱਡਾ ਜਿਹੜਾ ਸੀਗਾ ਲੋਕਾਂ 'ਚ ਕਨਫਿਊਜ਼ਨ ਪੈਦਾ ਕੀਤੀ ਹੈ ਔਰ ਇਸ ਮੋਰਚੇ ਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਉਹ ਗਲਤ ਹੋਇਆ। ਉਸ ਵਕਤ ਉਹ ਮੋਰਚਾ ਬਰਕਰਾਰ ਰਹਿਣਾ ਚਾਹੀਦਾ ਸੀ। ਇਸ ਕਰਕੇ ਜਦੋਂ ਉਹਨਾਂ ਨੇ ਬਿਨਾਂ ਸ਼ਰਤ, ਬਿਨਾਂ ਕਿਸੇ ਮੇਜਰ ਅਚੀਵਮੈਂਟ ਤੋਂ ਮੋਰਚਾ ਚੱਕਿਆ, ਉਸ ਵਕਤ ਫਿਰ ਸੁਖਰਾਜ ਸਿੰਘ ਨੇ ਜ਼ਿੰਮੇਵਾਰੀ ਜਿਹੜੀ ਚੱਕੀ ਆ। ਅਸੀਂ ਸਾਰੇ ਨਾਲ ਹੈਗੇ ਆ ਔਰ ਅਸੀਂ ਲੜਾਈ ਨਿਰੰਤਰ ਇਸ ਦੀ ਜਾਰੀ ਰੱਖਾਂਗੇ।
ਦੋਨੋਂ ਸੜਕਾਂ ਬੰਦ ਆ, ਕੀ ਲੱਗਦਾ ਕਿ ਕਿੰਨਾ ਕੁ ਪ੍ਰਭਾਵ ਪਊਗਾ? ਪਹਿਲਾਂ ਵੀ ਕੁਝ ਟਾਈਮ ਬੰਦ ਕੀਤੀਆਂ ਸੀਗੀਆਂ, ਉਸ ਤੋਂ ਬਾਅਦ ਵੀ ਚਲੋ ਕੁਝ ਮੌਸਮ ਦੇਖੋ ਗੱਲ ਇਹ ਹੈਗੀ ਹੈ ਕਿ ਆਈ ਅੰਡਰਸਟੈਂਡ ਕਿ ਇਹਦੇ 'ਚ ਥੋੜ੍ਹਾ ਬਹੁਤਾ ਪਬਲਿਕ ਅਨਰੈਸਟ ਜਾਂ ਪਬਲਿਕ ਨੂੰ ਕੋਈ ਪਰੇਸ਼ਾਨੀ ਹੋ ਸਕਦੀ, ਲੇਕਿਨ ਪਬਲਿਕ ਕੌਣ ਆ? ਪਬਲਿਕ ਵੀ ਉਹੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਕਿਸੇ ਵੀ ਧਰਮ ਦੇ ਨਾਲ ਉਹਨਾਂ ਦੇ ਜਜ਼ਬਾਤ ਜੁੜੇ ਹੋਏ ਨੇ। ਤੇ ਜੇ ਪੰਜਾਬ ਵਰਗੀ ਧਰਤੀ ਤੇ ਸਾਡੇ ਇਸ਼ਟ ਦਾ ਹੀ ਕੋਈ ਮੁੱਲ ਨਹੀਂ ਗਾ, ਤੇ ਫਿਰ ਆਪਾਂ ਭਾਵੇਂ ਸੜਕ ਤੋਂ ਬਾਅਦ ਚ ਲੰਘੇ ਜਾਂ ਪਹਿਲਾਂ ਲੰਘੇ, ਦੈਟ ਇਜ਼ ਇਮਟੀਰੀਅਲ। ਸੋ ਇਹ ਬਹੁਤ ਇੰਪੋਰਟੈਂਟ ਇਸ਼ੂ ਹੈਗਾ ਇਹਦੇ ਤੇ। ਸਰਕਾਰ ਕੀ ਦਬਾਅ ਪਊਗਾ ਇਹਦੇ ਵਿੱਚ? ਫਿਰ ਹੋਰ ਸਰਕਾਰ ਦੇ ਕੋਲ ਹੋਰ ਕੀ ਕਰਨ? ਇਹ ਹੋਰ ਸਰਕਾਰ ਦੇ ਨਾਲ ਕਿਸ ਤਰ੍ਹਾਂ ਦੀ ਲੜਾਈ ਲੈਣ? ਇਸ ਤਰ੍ਹਾਂ ਦਾ ਦਬਾਅ ਪਊਗਾ ਸੜਕ ਜਾਮ ਕਰਕੇ? ਹੋਰ ਤੁਸੀਂ ਦੱਸ ਦਿਓ ਮੈਨੂੰ, ਇਹਦੇ ਚ ਤੁਹਾਡੇ ਕੋਲ ਕੋਈ ਹੋਰ ਆਪਸ਼ਨ ਹੈਗੀ, ਅਸੀਂ ਉਹ ਕਰ ਲੈਂਦੇ ਹਾਂ। ਹਾਲੀ ਚ ਲਾਠੀ ਚਾਰਜ ਹੋਇਆ ਸਿੱਖ ਸੰਗਤਾਂ ਦੇ। ਉਹ ਮੈਂ ਉਹੀ ਤਾਂ ਕਹਿ ਰਿਹਾ ਨਾ, ਦੇਖੋ ਹੁਣ ਉੱਥੇ ਬੈਠੇ ਨੇ, ਮੋਰਚਾ ਲਾਇਆ ਬੰਦੀ ਸਿੰਘਾਂ ਦਾ, ਉੱਥੇ ਉਹਨਾਂ ਦੇ ਲਾਠੀ ਚਾਰਜ, ਪਾਣੀ ਦੀਆਂ ਬੁਛਾੜਾਂ ਕੀਤੀਆਂ। ਸੋ ਜਿਹੜੀ ਸਰਕਾਰ ਦੇ ਕੋਲ ਪੁਲਿਸ ਤੰਤਰ ਤੋਂ ਇਲਾਵਾ ਕੋਈ ਸੋਲਿਊਸ਼ਨ ਨਹੀਂਗਾ। ਅਗਰ ਇਹ 422 ਦਿਨ ਦਾ ਪਹਿਲਾਂ ਬੈਠਾ ਸੀ ਸਾਈਡ ਦੇ ਉੱਤੇ, ਤੇ ਤੁਸੀਂ ਇਹਨਾਂ ਨਾਲ ਮਿਲ ਕੇ ਬੈਠ ਕੇ ਜੋ ਤੁਹਾਡੇ ਕੋਲ ਹੈਗਾ ਵਾ ਇਸ ਦਾ ਹੱਲ, ਰੈਜ਼ੋਲੂਸ਼ਨ ਉਹ ਕਰੋ। ਇਹ ਜਿੰਨੇ ਵੀ ਧਰਨੇ ਲੱਗ ਰਹੇ ਨੇ, ਕੋਈ ਖੁਸ਼ੀ ਨਾਲ ਤਾਂ ਲਾ ਨਹੀਂ ਰਿਹਾ। ਜੇ ਬੰਦੀ ਸਿੰਘਾਂ ਦੀ ਗੱਲ ਆਪਾਂ ਕਰ ਰਹੇ ਹਾਂ, ਤਾਂ ਜਿਨ੍ਹਾਂ ਲੋਕਾਂ ਨੇ 32-32 ਸਾਲ ਕੈਦ ਕੱਟ ਰਹੀ ਆ, ਉਹਨਾਂ ਨੂੰ ਰੱਖਣ ਦਾ ਅੰਦਰ ਤਾਂ ਕੋਈ ਤੁੱਕ ਹੀ ਨਹੀਂ ਬਣਦੀ। ਔਰ ਮੈਂ ਤਾਂ ਪਹਿਲਾਂ ਵੀ ਕਿਹਾ ਵਾ ਕਿ ਇਕੱਲੇ ਸਿੱਖਾਂ ਦੀ ਗੱਲ ਨਹੀਂ ਅਸੀਂ ਕਹਿ ਰਹੇ, ਹਿੰਦੂ, ਮੁਸਲਮਾਨ, ਈਸਾਈ, ਜਿਹੜੇ ਹੋਰ ਕੈਦੀ ਨੇ, ਜਿਹੜੇ ਆਪਣਾ ਸੰਵਿਧਾਨ ਮੁਤਾਬਕ ਆਪਣੀਆਂ ਕੈਦਾਂ ਪੂਰੀਆਂ ਕਰ ਚੁੱਕੇ, ਸਭ ਨੂੰ ਛੱਡੋ। ਹੁਣ ਜਦੋਂ ਤੁਸੀਂ ਨਹੀਂ ਛੱਡਦੇ, ਨਹੀਂ ਛਡਵਾ ਸਕਦੇ, ਉਦੋਂ ਆਣ ਕੇ ਜਿਹੜੇ ਹੁੰਦੇ ਨੇ ਉਹ ਧਰਨਾ ਮਾਰਦੇ ਨੇ। ਜਦੋਂ ਧਰਨਾ ਮਾਰਦੇ ਨੇ ਫਿਰ ਕੁਛ ਤਾਂ ਕਰਨਾ ਹੀ ਪੈਂਦਾ ਉਹਨਾਂ ਨੂੰ। ਬਟ ਐਨੀਵੇਜ਼ ਅਸੀਂ ਦੁਬਾਰਾ ਮੈਂ ਇਹਨਾਂ ਦੇ ਨਾਲ ਡਿਸਕਸ ਕਰੂੰਗਾ ਤੇ ਆਪਾਂ ਦੇਖਦੇ ਹਾਂ ਇਹਦੇ ਵਿੱਚ ਕੀ ਕੀਤਾ ਜਾ ਸਕਦਾ। ਪਰ ਇਸ ਗੱਲ ਦੇ ਉੱਤੇ ਸਰਕਾਰ ਜਿਹੜੀ ਹੈਗੀ ਆ ਉਹ ਬਿਲਕੁਲ ਅਟਰ ਫੇਲੀਅਰ ਹੈ। ਔਰ ਇਹ ਕਹਿ ਰਹੇ ਨੇ ਕਿ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਉਹ ਨਹੀਂ ਰੋਕਦੇ, ਨਾ ਕੋਈ ਐਂਬੂਲੈਂਸ ਆ, ਨਾ ਕੋਈ ਹੋਰ ਇਸ ਤਰ੍ਹਾਂ ਦੀ ਸਕੂਲ ਬੱਸਸ, ਲੋਕਲ ਪਿੰਡ ਸਾਰੇ ਚੱਲਦੇ ਜਿਹੜੇ ਵੀ ਕੋਈ ਹੈਗਾ ਚੱਲ ਰਹੀ ਹੈਗੀ। ਬਟ ਸਟਿਲ ਵੀ ਵਿਲ ਡਿਸਕਸ ਅਬਾਊਟ ਦਿਸ ਆਲਸੋ। ਖਹਿਰਾ ਸਾਹਿਬ, ਕੁੰਵਰ ਵਿਜੇ ਪ੍ਰਤਾਪ ਇੱਕ ਸੱਤਾ ਧਿਰ ਦੇ ਜਿਹੜੇ ਹਿੱਸੇਦਾਰ ਨੇ, ਉਹ ਇੱਥੇ ਆ ਕੇ ਉਹਨਾਂ ਨੂੰ ਕਹਿਣਾ ਪੈਂਦਾ ਮੈਂ ਮੋਰਚੇ ਦੇ ਨਾਲ ਖੜਾ। ਕਿਵੇਂ ਲੱਗਦਾ ਤੁਹਾਨੂੰ? ਐਮਐਲਏ ਸਾਹਿਬ ਦੀ ਜੇ ਉੱਥੇ ਸੁਣਵਾਈ ਨਹੀਂ ਹੁੰਦੀ, ਮੁੱਖ ਮੰਤਰੀ ਉਹਨਾਂ ਦੀ ਗੱਲ ਨਹੀਂ ਮੰਨ ਰਹੇ? ਨਹੀਂ, ਉਹ ਤਾਂ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਦੀ ਗਵਾਹੀ ਦੇ ਰਿਹਾ ਵਾਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਿਰਫ ਸਪੀਕਰ ਕੋਲੋਂ ਅੱਧੇ ਘੰਟੇ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਡਿਸਕਸ਼ਨ ਦਾ ਟਾਈਮ ਮੰਗਿਆ ਸੀ, ਉਹਨੂੰ ਟਾਈਮ ਹੀ ਨਹੀਂ ਦਿੱਤਾ ਗਿਆ। ਇਸ ਕਰਕੇ ਤੁਸੀਂ ਹੁਣ ਅੰਦਾਜ਼ਾ ਲਾ ਲਓ ਕਿ ਜਿਹੜੇ ਆਮ ਆਦਮੀ ਪਾਰਟੀ ਦਾ ਖੁਦ ਐਮਐਲਏ ਜਿਹੜਾ ਇਸ ਇਨਵੈਸਟੀਗੇਸ਼ਨ ਦੇ ਨਾਲ ਇਨਵੋਲਵਡ ਰਿਹਾ, ਉਹਨੂੰ ਨਹੀਂ ਬੋਲਣ ਦੇ ਰਹੇ, ਉਹਦਾ ਮੂੰਹ ਬੰਦ ਕਰਾਇਆ ਜਾ ਰਿਹਾ। ਇੱਥੋਂ ਉਹਨਾਂ ਦੇ ਮਨਸੂਬੇ ਪੂਰੇ ਤੁਹਾਨੂੰ ਸਾਫ਼ ਨਜ਼ਰ ਆ ਰਹੇ ਨੇ। ਔਰ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਇਸ ਇਸ਼ੂ ਦੇ ਉੱਤੇ ਬਹੁਤ ਸੰਜੀਦਾ ਹੈ। ਜਿਹੜੀ ਪਹਿਲਾਂ ਵੀ ਕੋਈ ਮੇਰੇ ਖਿਆਲ ਰਿਪੋਰਟ ਵਗੈਰਾ ਬਣਾਈ, ਉਹ ਵੀ ਅਨਡੈਜ਼ਿਗਨੇਟਿਡ ਪਰਸਨਸ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸੌਂਪ ਦਿੱਤੀ ਗਈ ਆ। ਇੱਕ ਪ੍ਰੋਪਰ ਪ੍ਰਕਿਰਿਆ ਦੇ ਤਹਿਤ ਇਹਦੇ ਉੱਤੇ ਪੂਰੀ ਕਾਰਵਾਈ ਪ੍ਰੋਪਰ ਹੋਣੀ ਚਾਹੀਦੀ ਹੈ। ਖਹਿਰਾ ਸਾਹਿਬ, ਚਲਾਨ ਦੀ ਗੱਲ ਆ ਜਾਂਦੀ ਹੈ। ਚਲਾਨ ਕਈ ਵਾਰ ਖਬਰ ਇਹਨਾਂ ਕੋਲ ਪਹੁੰਚਾ ਦਿੱਤੀ ਜਾਂਦੀ ਹੈ ਕਿ ਸਰਕਾਰ ਬਹੁਤ ਜਲਦੀ ਚਲਾਨ ਪੇਸ਼ ਕਰ ਰਹੀ ਹੈ। ਇਹਨਾਂ ਨੂੰ 1 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ ਕਿ 1 ਮਹੀਨੇ ਅੰਦਰ ਚਲਾਨ ਪੇਸ਼ ਹੋਵੇਗਾ। ਲਾਸਟ ਮੰਥ ਦੀ ਗੱਲ ਕਰੀਏ ਤਾਂ ਆਪਾਂ ਉਸ ਤੋਂ ਬਾਅਦ ਕੋਈ ਵੀ ਹੁਣ 2-4 ਦਿਨ ਪਹਿਲੇ ਗੱਲ ਆਉਂਦੀ ਕਿ ਸਟੇਟਸ ਰਿਪੋਰਟ ਪੇਸ਼ ਕਰ ਦਿੱਤੀ ਹੈ ਕੋਰਟ ਦੇ ਵਿੱਚ। ਕੀ ਲੱਗਦਾ ਸਰਕਾਰ ਕਿੱਥੇ? ਮੇਰੇ ਹਿਸਾਬ ਨਾਲ ਇਹ ਸਾਰੇ ਇਸ਼ੂ ਨੂੰ ਜਾਣ ਬੁੱਝ ਕੇ ਕੰਪਲਿਕੇਟ ਕਰ ਦਿੱਤਾ ਵਾ, ਬੇਲੋੜਾ। ਅਸੂਲਨ ਤਾਂ ਜਿੱਦਣ ਇੱਥੇ ਗੋਲੀ ਚੱਲੀ ਸੀਗੀ, ਜਿਹੜਾ ਐਸਐਚਓ ਆ ਇਸ ਬਾਜਾਖਾਨਾ ਪੁਲਿਸ ਸਟੇਸ਼ਨ, ਬਾਜਾਖਾਨਾ ਦਾ ਪੁਲਿਸ ਸਟੇਸ਼ਨ ਦਾ ਐਸਐਚਓ ਕੰਪੀਟੈਂਟ ਹੈ ਟੂ ਫਾਈਲ ਐਨ ਐਫਆਈਆਰ ਅੰਡਰ 302 ਔਰ ਆਪਣੀ ਇਨਵੈਸਟੀਗੇਸ਼ਨ ਕਰਕੇ ਉਹ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦਾ ਸੀਗਾ। ਜਦੋਂ ਸਰਕਾਰਾਂ ਕਿਸੇ ਗੱਲ ਨੂੰ ਠੰਡੇ ਬਸਤੇ 'ਚ ਪਾਉਂਦੀਆਂ ਨੇ, ਆਪਣੇ ਗਲੋਂ ਲਾਉਂਦੀਆਂ ਨੇ, ਫਿਰ ਉਹ ਐਸਆਈਟੀ ਬਣਾ ਦਿੰਦੀਆਂ ਨੇ, ਫਿਰ ਕਮਿਸ਼ਨ ਬਣਾ ਦਿੰਦੀਆਂ ਨੇ, ਫਿਰ ਕਮਿਸ਼ਨ ਦੇ ਕਈ ਉਹ ਕੰਪਲਿਕੇਟਿਡ ਉਹਨਾਂ ਦੇ ਇਸ਼ੂਜ਼ ਹੋ ਜਾਂਦੇ ਨੇ, ਜਿਹਦੇ ਨਾਲ ਗੁਨਾਹਗਾਰਾਂ ਨੂੰ ਰਿਲੀਫ ਮਿਲ ਜਾਂਦੀ। ਬਹੁਤ ਪੁਲਿਸ ਵਾਲੇ ਨੇ ਜਿਹੜੇ ਐਂਟੀਸਪੇਟਰੀ ਬੇਲਾਂ ਲੈ ਗਏ ਨੇ, ਸੁਮੇਧ ਸੈਣੀ ਲੈ ਗਿਆ ਡੀਜੀਪੀ ਐਂਟੀਸਪੇਟਰੀ ਬੇਲ। ਬਹੁਤ ਸਾਰਿਆਂ ਨੂੰ ਇਸ ਸ਼ੌਡੀ ਇਨਵੈਸਟੀਗੇਸ਼ਨ ਕਰਕੇ, ਪੂਅਰ ਇਨਵੈਸਟੀਗੇਸ਼ਨ ਦੇ ਕਰਕੇ ਬਹੁਤ ਸਾਰੇ ਕਾਨੂੰਨਾਂ ਦੀਆਂ ਅਦਾਲਤਾਂ ਵਿੱਚੋਂ ਫਾਇਦਾ ਲੈ ਗਏ ਨੇ। ਕੋਟਕਪੂਰੇ ਵਾਲੀ ਜਿਹੜੀ ਸਾਰੀ ਐਸਆਈਟੀ ਦੀ ਇਨਵੈਸਟੀਗੇਸ਼ਨ ਇੱਕ ਵਾਸ਼ ਕਰ ਦਿੱਤੀ ਹੈ। ਸੋ ਕਿਹਦੀ ਜ਼ਿੰਮੇਵਾਰੀ ਆ ਹੁਣ? ਕਿਸੇ ਤੁਹਾਡੀ ਮੇਰੀ ਜਾਂ ਕਿਸੇ ਇੰਡੀਵਿਜੂਅਲ ਦੀ ਤਾਂ ਹੈ ਨਹੀਂ ਗੀ। ਜਿਹੜਾ ਕ੍ਰਿਮੀਨਲ ਲਾਅ ਹੈਗਾ ਜਾਂ ਕਨਸਟੀਟਿਊਸ਼ਨ ਆ, ਕੋਈ ਵੀ ਓਫੈਂਸ, ਕੋਈ ਕ੍ਰਾਈਮ ਹੁੰਦਾ, ਉਹ ਬਨਾਮ ਸਟੇਟ ਚੱਲਦਾ ਵਾ। ਸੋ ਇੱਥੇ ਪ੍ਰੋਸੀਕਿਊਸ਼ਨ ਜਾਂ ਜਿਹੜੀ ਏਜੰਸੀ ਆ ਜਿਸ ਨੇ ਸਜ਼ਾ ਕਰਾਉਣੀ ਆ, ਜਿਹਨੇ ਗੁਨਾਹ ਇਨਸਾਫ ਦਿਵਾਉਣਾ ਵਾ, ਉਹ ਸਟੇਟ ਆ। ਤੇ ਸਟੇਟ ਅੱਜ ਕੱਲ੍ਹ ਕਿਹਦੇ ਹੱਥਾਂ ਵਿੱਚ ਆ ਉਹ ਤੁਹਾਨੂੰ ਕਹਿਣ ਦੀ ਲੋੜ ਨਹੀਂ। ਹੁਣ ਜਦੋਂ ਆਪਾਂ ਕਹਿੰਦੇ ਕਿ ਜੀ ਹਲੇ ਸਮਾਂ ਨਹੀਂ ਹੋਇਆ, ਹੁਣ ਅਸੀਂ ਪਹਿਲਾਂ ਇਹ ਸਮਝਦੇ ਸੀ ਕਿ ਸਰਕਾਰ ਨਵੀਂ ਬਣੀ ਹੈ। ਹਾਲਾਂਕਿ ਇਹਨਾਂ ਦੇ ਆਪ ਹੀ ਕੇਜਰੀਵਾਲ ਨੇ ਕਿਹਾ ਕਿ 3 ਮਹੀਨੇ ਦਾ ਟਾਈਮ ਚਾਹੀਦਾ ਮੈਨੂੰ, ਸ਼ਾਇਦ ਜ਼ਿਆਦਾ 24 ਘੰਟੇ ਗਿਆ ਸੀ। ਹਾਂ, 24 ਘੰਟੇ। ਚਲੋ ਅਸੀਂ ਸਮਝਿਆ ਕਿ ਇੱਕ ਆਦਮੀ ਕਹਿਣ ਵਾਸਤੇ ਕਹਿ ਦਿੰਦਾ ਵਾ ਵੀ ਚਲੋ 24 ਘੰਟੇ ਨਹੀਂ, ਲੇਕਿਨ 100 days ਆਰ ਇਨਫ ਟੂ ਰਿਜ਼ੋਲਵ ਐਨੀ ਸੱਚ ਕੰਪਲਿਕੇਟਿਡ ਮੈਟਰ ਆਲਸੋ। ਪਰ ਹੁਣ ਤਾਂ 10 ਮਹੀਨੇ ਹੋ ਗਏ ਨੇ।
ਸੋ ਇਸ ਕਰਕੇ ਜੋ ਵੀ ਇਹ ਮੋਰਚੇ ਦਾ ਅਗਲਾ ਫੈਸਲਾ ਕੋਈ ਲੈਣਗੇ, ਅਸੀਂ ਸਾਰੇ ਨਾਲ ਹੈਗੇ ਹਾਂ, ਅਸੀਂ ਸਾਰਿਆਂ ਨੂੰ ਅਸੀਂ ਸਪੋਰਟ ਕਰਾਂਗੇ ਔਰ ਵੱਧ ਚੜ ਕੇ ਇਹਨਾਂ ਦੀ ਮਦਦ ਕਰਾਂਗੇ। ਖਹਿਰਾ ਸਾਹਿਬ, ਪਾਕਿਸਤਾਨ ਦੀ ਤਰਜ਼ ਤੇ ਬੇਅਦਬੀ ਵਾਲੇ ਮਾਮਲੇ ਵਿੱਚ ਕਿਹਾ ਗਿਆ ਸੀਗਾ। ਤੁਸੀਂ ਵੀ ਪਿਛਲੀ ਸਰਕਾਰ ਦੇ ਕੁਝ ਸਮਾਂ ਹਿੱਸੇਦਾਰ ਰਹੇ ਹੈ, ਤੁਸੀਂ ਉਸ ਵਕਤ ਜਿਵੇਂ ਹੁਣ ਚੰਨੀ ਦੀ ਸੀਗੀ ਸਰਕਾਰ 3 ਮਹੀਨੇ ਰਹੀ ਹੈ, ਤੁਸੀਂ ਕੋਸ਼ਿਸ਼ ਕੀਤੀ ਹੈ? ਤੁਹਾਡੀ ਸਰਕਾਰ ਵੇਲੇ ਵੀ ਟਾਲ ਮਟੋਲ ਦੇਖੋ, ਕੀਤਾ ਗਿਆ। ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ, ਤੁਸੀਂ ਮੇਰੀ ਕਾਰਵਾਈ ਸਾਰੀ ਨੂੰ ਅੱਛੀ ਤਰ੍ਹਾਂ ਜਾਣਦੇ ਹੋ। ਜਦੋਂ ਮੈਂ ਵਾਪਸ ਕਾਂਗਰਸ ਰੀਜੁਆਇਨ ਕੀਤੀ ਆ, ਮੈਂ ਇਹ ਸਾਰੇ ਇੰਪੋਰਟੈਂਟ ਇਸ਼ੂਜ਼ ਹਮੇਸ਼ਾ ਪਬਲਿਕ ਡੋਮੇਨ 'ਚ ਰੱਖੇ ਨੇ। ਇਹ ਨਹੀਂਗਾ ਕਿ ਮੈਂ ਆਇਆ ਤਾਂ ਮੈਂ ਕੁਝ ਨਹੀਂ ਕੀਤਾ, ਬਟ ਤੁਹਾਨੂੰ ਇਹ ਵੀ ਯਾਦ ਹੋਣਾ ਚਾਹੀਦਾ ਕਿ ਉਸ ਤੋਂ ਥੋੜੇ ਸਮੇਂ ਬਾਅਦ ਹੀ ਮੇਰੇ ਤੇ ਈਡੀ ਨੇ ਮੁਕੱਦਮਾ ਕਰਕੇ ਮੈਨੂੰ ਆਲਮੋਸਟ 80-90 ਦਿਨ ਤਾਂ ਜੇਲ੍ਹ ਦੇ ਵਿੱਚ ਹੀ ਰੱਖਿਆ। ਮੇਰੀ ਤਾਂ ਰਿਲੀਜ਼ ਹੀ ਇਲੈਕਸ਼ਨਾਂ ਦੇ ਕਾਗਜ਼ ਭਰਨ ਤੋਂ 5-4 ਦਿਨ ਪਹਿਲਾਂ ਹੋਈ ਸੀਗੀ। ਸੋ ਆਈ ਹੈਵ ਆਲਵੇਜ਼ ਬੀਨ ਡੂਇੰਗ ਕੈਰਿੰਗ ਆਊਟ ਮਾਈ ਫਾਈਟ ਅਗੇਂਸਟ ਇਨਜਸਟਿਸ, ਔਰ ਬੜਾ ਇੰਪੋਰਟੈਂਟ ਇਸ਼ੂ ਮੈਂ ਕਹਿ ਰਿਹਾ। ਫਿਰ ਕੁਝ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਨਹੀਂ ਜੀ ਹੁਣ ਕੋਈ ਹੋਰ ਇਸ਼ੂਜ਼ ਆ ਗਏ, ਨਹੀਂ, ਇਹ ਕੋਰ ਇਸ਼ੂ ਪੰਜਾਬ ਦੀ ਰਾਜਨੀਤੀ ਵਿੱਚ, ਪੰਜਾਬ ਦੀ ਸਿਆਸਤ ਵਿੱਚ ਰਹੇਗਾ। ਤੁਹਾਡੀ ਸਰਕਾਰ ਵੇਲੇ ਵੀ ਧਰਨਾਕਾਰੀਆਂ ਨੂੰ ਟਾਲ ਮਟੋਲ ਕਰਦੇ ਰਹੇ, ਹੁਣ ਵੀ ਟਾਲ ਮਟੋਲ ਕਰਦੇ ਪਏ ਆ। ਇਸ ਚੀਜ਼ ਦਾ ਤੁਹਾਨੂੰ ਪਤਾ ਲੱਗ ਗਿਆ ਕਿ ਟਾਲ ਮਟੋਲ ਕੀਤੀ ਕਿਉਂ ਜਾ ਰਹੀ ਹੈ? ਮੈਂ ਸਭ ਨੂੰ ਦੋਸ਼ੀ ਠਹਿਰਾ ਰਿਹਾ, ਮੈਂ ਕਿਸੇ ਨੂੰ ਬਚਾ ਹੀ ਨਹੀਂ ਰਿਹਾ। ਜੇ ਮਗਰਲਿਆਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਈ ਆ, ਇਹ ਹੁਣ ਵਾਲੇ ਕਰਨਗੇ ਤੇ ਇਹਨਾਂ ਨੂੰ ਵੀ ਸਜ਼ਾ ਮਿਲ ਗਈ। ਸੋ ਜਿਹੜੀ ਵੀ ਸਰਕਾਰ ਜਜ਼ਬਾਤਾਂ ਨਾਲ ਖੇਡੇਗੀ ਔਰ ਖਾਸ ਤੌਰ ਤੇ ਇਦਾਂ ਦੇ ਇੱਕ ਇੰਪੋਰਟੈਂਟ ਇਸ਼ੂ ਦੇ ਉੱਤੇ ਖੇਡੇਗੀ, ਉਹਨਾਂ ਨੂੰ ਸਜ਼ਾ ਮਿਲਣੀ ਹੈਗੀ ਆ। ਜਾਂ ਇਹਦਾ ਦੂਜਾ ਇੱਕੋ ਹੀ ਬਦਲ ਹੈਗਾ ਕਿ ਪੁਖਤਾ ਇਨਸਾਫ, ਸਾਰਿਆਂ ਦੀ ਤਸੱਲੀ ਦੇ ਨਾਲ ਇੱਕ ਪਾਰਦਰਸ਼ੀ ਇਨਸਾਫ ਦਿੱਤਾ ਜਾਵੇ। ਸਮਝਦਾ ਵਾਂ ਕਿ ਇਹ ਇੱਕ ਇਨਸਾਨੀ, ਕੱਲ ਨੂੰ ਕਿਸੇ ਹੋਰ ਧਰਮ ਦੀ ਬੇਅਦਬੀ ਹੁੰਦੀ ਹੈ, ਇਟ ਇਜ਼ ਆਵਰ ਰਿਸਪੌਂਸਿਬਿਲਿਟੀ, ਹਿੰਦੂਆਂ ਦੀ, ਕੋਈ ਰੱਬ ਨਾ ਕਰੇ ਕਿਸੇ ਹੋਰ ਧਰਮ ਦੀ ਹੋਵੇ, ਸਾਰਿਆਂ ਨੂੰ ਲੜਾਈ ਚੱਲਣੀ। ਇਹ ਧਰਮ ਨਾਲੋਂ ਵੀ ਇਨਸਾਫ ਦੀ ਲੜਾਈ ਹੈ। ਸੋ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਹਮੇਸ਼ਾ ਇਸ ਲੜਾਈ ਵਿੱਚ ਸ਼ਾਮਲ ਰਹਿਣਗੇ। ਕਿ ਬਾਕੀ ਕਾਂਗਰਸੀ ਵੀ ਆਉਣਗੇ? ਮੈਂ ਕਿਸੇ ਕਹਿ ਕੇ ਵਿਰੋਧੀ ਧਿਰ ਨੂੰ ਰਿਪਰੈਜ਼ੈਂਟ ਕਰਦਾ, ਮੈਂ ਮੋਰਚਾ ਹੋਣ ਨਹੀਂ, ਇਹ ਦੇਖੋ, ਇਹ ਆਪਣੀ ਸਭ ਦਾ ਇੱਛਾ ਹੈਗੀ ਆ, ਉਹ ਇਸ ਨੂੰ ਕਿਸ ਤਰ੍ਹਾਂ ਲੈਂਦੇ ਨੇ। ਮੈਂ ਕਿਸੇ ਨੂੰ ਦਬਾਅ ਪਾ ਕੇ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ। ਮੈਂ ਆਪਣੀ ਰਿਸਪੌਂਸਿਬਿਲਿਟੀ ਜ਼ਰੂਰ ਲੈਣਾ ਜੀ। ਖਹਿਰਾ ਸਾਹਿਬ, ਲੋਕ ਵਿਸ਼ਵਾਸ ਕਿਹਦੇ ਤੇ ਕਰਨ? 3 ਸਰਕਾਰਾਂ ਦੇਖ ਲੀਆਂ, ਇਨਸਾਫ ਨਹੀਂ ਮਿਲਿਆ। ਦੇਖੋ, ਇਹ ਜਿਹੜਾ ਇਨਸਾਫ ਹੈ ਨਾ, ਕਈ ਵਾਰ ਕਈ ਦਹਾਕੇ ਚੱਲਦਾ ਵਾ ਇਹ। ਅਗਰ ਆਪਾਂ ਇਤਿਹਾਸ ਵਿੱਚ ਦੇਖੋਗੇ, ਦੇਰ ਆਰ ਮੈਨੀ ਇੰਸਟੈਂਸਿਸ ਜਿਹਦੇ 'ਚ ਬਹੁਤ ਲੰਬੀ ਲੜਾਈ ਲੜਨੀ ਪੈਂਦੀ। ਔਰ ਆਪਣੇ ਜੇ ਆਪਾਂ ਸਿੱਖਾਂ ਦੀ ਗੱਲ ਕਰ ਲਈਏ, ਪੰਜਾਬ ਦੇ ਨਾਲ ਤਾਂ ਅਰਸੇ ਤੋਂ ਬੇਇਨਸਾਫੀ ਦਾ ਇਹ ਸਿਲਸਿਲਾ ਚੱਲ ਰਿਹਾ ਵਾ। ਸੋ ਆਪਾਂ ਨੂੰ ਕਈ ਵਾਰੀ ਇਹ ਸਮਝ ਕੇ ਕਿ ਹੁਣ ਬਹੁਤ ਦੇਰ ਹੋ ਗਈ, 3 ਸਰਕਾਰਾਂ ਬਦਲ ਗਈਆਂ, ਇਹਦੇ ਨਾਲ ਇਨਸਾਫ ਦੀ ਲੜਾਈ ਪਿੱਛੇ ਨਹੀਂ ਹਟਿਆ ਜਾ ਸਕਦਾ। ਇਹਨੂੰ ਲੜਨਾ ਅੱਗੇ ਲਾਜ਼ਮੀ ਆ, ਔਰ ਦਿਨ ਜ਼ਰੂਰ ਆਵੇਗਾ ਕਿ ਜਿਸ ਦਿਨ ਪੁਖਤਾ ਇਹਦੇ ਤੇ ਇਨਸਾਫ ਡੈਫੀਨੇਟਲੀ ਹੋਵੇਗਾ।